हाँ जी, कल एक वीडियो ਆਪਾਂ ਬਣਾਈ ਸੀ, ਤੁਸੀਂ ਪੜ੍ਹੀ ਆ ਉਹ ਸੁਣੀ ਆ। ਉਹ ਸੀ ਕਿ ਮੈਨੀਫੈਸਟੋ ਜਿਹੜਾ ਹੈ ਵੱਖ-ਵੱਖ ਪਾਰਟੀਆਂ ਦਾ, ਉਹ ਕਿਸ ਤਰ੍ਹਾਂ ਦਾ ਸੀ। ਅਤੇ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਇਹ ਜਿਹੜੀਆਂ ਪਾਰਟੀਆਂ ਨੇ ਜਾਂ ਸਰਕਾਰ ਹੈ, ਕੋਈ ਵੀ ਹੈ, ਭਾਵੇਂ ਕੇਂਦਰ ਦੀ ਹੋਵੇ ਜਾਂ ਕਿਸੇ ਸਟੇਟ ਦੀ ਹੋਵੇ, ਉਹ ਮੈਨੀਫੈਸਟੋ ਕਿਹੋ ਜਿਹਾ ਹੋਣਾ ਚਾਹੀਦਾ ਲੋਕਾਂ ਦੇ ਹੱਕ ਵਿੱਚ, ਪ੍ਰਜਾ ਦੇ ਹੱਕ ਵਿੱਚ। ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ, ਪਿੱਛੇ ਕਾਫੀ ਚਰਚਾ ਵੀ ਹੋਈ ਆ, ਅਖਬਾਰਾਂ ਵਿੱਚ ਵੀ ਆਉਂਦਾ, ਮੁਲਾਜ਼ਮ ਲੋਕ ਵੀ ਆਮ ਤੌਰ 'ਤੇ ਚਰਚਾ ਕਰਦੇ ਨੇ ਕਿ ਕਿਸੇ ਵੀ ਵਿਧਾਇਕ ਨੇ ਜਾਂ ਕਿਸੇ ਵੀ ਪਾਰਟੀ ਨੇ, ਕਿਸੇ ਸਰਕਾਰ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਗੱਲ ਨਹੀਂ ਕੀਤੀ। ਦੇਖੋ ਕਿੰਨੀਆਂ ਕਿੰਨੀਆਂ ਪੈਨਸ਼ਨਾਂ ਲੈਂਦੇ ਨੇ ਇਹ ਸਾਰਾ ਖਰਚਾ ਜਿਹੜਾ ਹੈਗਾ ਉਹ ਵਜ਼ਨ ਸਾਡੇ ਉੱਤੇ ਆ, ਸਾਡੇ ਸਿਰ 'ਤੇ ਵਜ਼ਨ ਆ, ਕਿਉਂਕਿ ਅਸੀਂ ਟੈਕਸ ਦਿੰਦੇ ਹਾਂ, GST ਭਰਾਉਂਦੇ ਹਾਂ, ਹੋਰ ਟੈਕਸ ਭਰਾਉਂਦੇ ਹਾਂ, ਖਜ਼ਾਨੇ ਵਿੱਚ ਅਸੀਂ ਹੜ੍ਹ ਦੀ ਤਰ੍ਹਾਂ ਪੈਸਾ ਭੇਜਦੇ ਹਾਂ ਟੈਕਸਾਂ ਦੇ ਰੂਪ ਵਿੱਚ, ਅਤੇ ਉਹ ਸਾਡਾ ਪੈਸਾ, ਇਹ ਸਾਡੇ ਪੈਸੇ ਨੂੰ ਇਹ ਇਸ ਤਰੀਕੇ ਨਾਲ ਯੂਜ਼ ਕਰਦੇ ਨੇ। ਕਿਸੇ ਨੇ ਆਵਾਜ਼ ਨਹੀਂ ਉਠਾਈ ਕਿ ਅਸੀਂ, ਜਦੋਂ ਕਿ ਮੈਂ ਇੱਕ ਇੱਥੇ ਪੰਜਾਬ ਦੇ ਵਿੱਚ ਪਾਰਟੀ ਹੈ, ਉਹਨੇ 3-4 ਮਹੀਨੇ ਪਹਿਲਾਂ ਹੀ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਸੀ। ਮੈਂ ਉਹਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਹਨਾਂ ਨੂੰ 14 ਸੂਤਰੀ ਬਣਾਓ, ਅਤੇ 14 ਸੂਤਰੀ ਦੇ ਵਿੱਚ ਇੱਕ ਪੁਆਇੰਟ ਇਹ ਵੀ ਰੱਖੋ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਪਰ ਨਹੀਂ ਕੀਤਾ। ਅਤੇ ਦੂਜੇ ਦਿਨ ਅਖਬਾਰਾਂ ਵਿੱਚ ਵੀ ਖਬਰ ਛਪੀ, ਇਹ ਵੀ ਕੋਈ ਅਸਰ ਨਹੀਂ ਹੋਇਆ। ਜਦੋਂ ਕਿ ਇਹੀ ਜਿਹੜੇ ਸਾਡੇ ਹਾਕਮ ਲੋਕ ਨੇ, ਨੁਮਾਇੰਦੇ ਨੇ, ਮੁਲਾਜ਼ਮਾਂ ਦੀ ਪੈਨਸ਼ਨ ਤਾਂ ਬੰਦ ਕਰਨਾ ਚਾਹੁੰਦੇ ਨੇ ਕਿ ਬੰਦ ਕਰ ਦਈਏ। ਜਿਹੜਾ 30 ਸਾਲ 35 ਸਾਲ ਜੋਬ ਕਰਦਾ, ਆਪਣੀਆਂ ਪੈਨਸ਼ਨਾਂ ਦੇਖੋ 8-8 9 ਲੈਂਦੇ ਨੇ 5 ਸਾਲ ਲਾ ਕੇ। ਫਿਰ ਪਰਿਵਾਰ ਦੇ ਵਿੱਚ ਇੱਕ ਨਹੀਂ ਇਹਨਾਂ ਦਾ, 4-4 5-5 ਨੇ। ਜੇ ਗਿਣਿਆ ਜਾਵੇ ਕਿੰਨੇ ਪੈਸੇ ਇਹਨਾਂ ਦੇ ਘਰ ਪਹੁੰਚਦੇ ਨੇ। ਫਿਰ ਹੋਰ ਦੇਖੋ ਜਰਾ, ਇਸ ਵਾਰ ਤਾਂ ਕੋਈ ਗੱਲ ਨਹੀਂ ਕੀਤੀ ਮੈਨੀਫੈਸਟੋ 'ਚ, ਕਿਸੇ ਨੇ ਨਹੀਂ ਕਿਹਾ। ਫਿਰ ਦਵਾਈਆਂ ਦੇ ਉੱਤੇ GST ਦੇਖੋ ਕਿੰਨਾ ਲਗਾਇਆ, ਉਹ ਸਟੇਟ ਨੂੰ ਵੀ ਜਾਂਦਾ ਅਤੇ ਸੈਂਟਰ ਨੂੰ ਵੀ ਜਾਂਦਾ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਅਸੀਂ ਵਧੀਆ ਸਿਹਤ ਸੇਵਾਵਾਂ ਦੇਵਾਂਗੇ, ਹੌਸਪੀਟਲ ਦੇਵਾਂਗੇ, ਦਵਾਈਆਂ ਫਰੀ ਦੇਵਾਂਗੇ, ਪਰ ਜਦੋਂ ਡਾਕਟਰ ਪਰਚੀ ਲਿਖਦਾ ਉੱਥੇ ਪੇਸ਼ੈਂਟ ਨੂੰ ਪੁੱਛਿਆ ਜਾਣੋ, ਉਹਦੇ ਨਾਲ ਵਾਲਿਆਂ ਨੂੰ ਪੁੱਛਿਆ ਜਾਣੋ ਕਿ ਉਹ ਵਿਚਾਰਾ ਦਵਾਈਆਂ ਕਿੱਥੋਂ ਲੈ ਕੇ ਆਊਗਾ, ਕਿੰਨੀਆਂ ਮਹਿੰਗੀਆਂ ਦਵਾਈਆਂ, ਇਲਾਜ ਕਿਵੇਂ ਕਰੋਗੇ। ਇਹ ਤਾਂ ਆਪਣਾ ਬਾਹਰ ਨੂੰ ਭੱਜ ਜਾਂਦੇ ਨੇ ਇਲਾਜ ਕਰਾਉਣ ਵਾਸਤੇ। ਫਿਰ ਉਹ ਜਿਹੜਾ ਇਲਾਜ ਕਰਾਉਂਦੇ ਨੇ, ਫਿਰ ਖਜ਼ਾਨੇ 'ਤੇ ਵਜ਼ਨ ਆ ਗਿਆ, ਸਾਡੇ 'ਤੇ ਵਜ਼ਨ ਆ ਗਿਆ, ਖਜ਼ਾਨੇ 'ਤੇ ਵਜ਼ਨ ਆ ਗਿਆ ਤਾਂ ਸਾਡੇ 'ਤੇ ਵਜ਼ਨ ਆ ਗਿਆ, ਅਤੇ ਸਾਡੇ ਵਾਸਤੇ ਤਾਂ ਕੋਈ ਨਹੀਂ। ਇਹ ਸਿਹਤ ਦੇ ਵਿੱਚ ਇਹ ਕੀ ਸੁਧਾਰ ਆ? ਕੋਈ ਸੁਧਾਰ ਵਾਲੀ ਗੱਲ ਤਾਂ ਹੈ। ਫਿਰ ਸਭ ਤੋਂ ਵੱਡੀ ਇੱਕ ਗੱਲ ਹੋਰ ਦੇਖੋ, ਜਿਹੜਾ ਹਾਸੀ ਵੀ ਆਉਂਦੀ ਹੈ ਇਹਨਾਂ ਲੋਕਾਂ 'ਤੇ, ਹਾਰੇ ਹੋਏ ਨੂੰ ਉਮੀਦਵਾਰ ਨੂੰ ਮੰਤਰੀ ਬਣਾ ਦਿੰਦੇ ਨੇ। ਦਿੱਲੀ 'ਚ ਵੀ ਬੈਠੇ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਨੇ ਚੋਰ ਮੋਰੀਆਂ ਰੱਖੀਆਂ ਹੋਈਆਂ ਨੇ। ਹਾਰ ਜਾਂਦਾ, ਜਦੋਂ ਲੋਕਾਂ ਨੇ ਰਿਜੈਕਟ ਹੀ ਕਰ ਦਿੱਤਾ ਉਹ, ਫਿਰ ਉਹਨੂੰ ਮੰਤਰੀ ਕਿਉਂ ਬਣਾਇਆ? ਫਿਰ ਸਾਡੇ ਸਿਰ 'ਤੇ ਫਿਰ ਬਿਠਾਤਾ ਉਹ। ਫਿਰ ਅਸੀਂ ਰਿਜੈਕਟ ਕੀਤਾ ਹੋਇਆ ਜਿਹੜਾ ਹੈਗਾ ਉਹਨੂੰ ਕਿਵੇਂ ਝੱਲੀਏ? ਹੈ ਨਾ, ਇਹ ਕਿਸ ਤਰ੍ਹਾਂ ਦੀ ਹੈ? ਕੋਈ ਗਰੰਟੀ ਦਿੱਤੀ ਕਿਸੇ ਨੇ ਕਿ ਅਸੀਂ ਇਹੋ ਜਿਹੇ ਹਾਰੇ ਹੋਏ ਨੂੰ ਅਸੀਂ ਮੰਤਰੀ ਨਹੀਂ ਬਣਾਵਾਂਗੇ? ਫਿਰ ਵੋਟਾਂ ਪਾਉਣ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ। ਇੱਕ ਪਾਸੇ ਕਹਿੰਦੇ ਆ ਲੋਕਤੰਤਰ ਆ, ਅਸੀਂ ਲੋਕਾਂ ਦੀ ਇੱਛਾ ਦੇ ਅਨੁਸਾਰ ਵੋਟ ਰਾਜ ਆ, ਸਾਡੀਆਂ ਵੋਟਾਂ ਦਾ ਕੀ ਅਰਥ ਰਹਿ ਗਿਆ? ਫਿਰ ਵੱਡੇ ਵੱਡੇ ਮੰਤਰੀ ਬਣਾਏ ਹੋਏ ਨੇ, ਫਿਰ ਮਹਿਕਮੇ ਉਹਨਾਂ ਨੂੰ ਕਿੰਨੇ ਟੌਪ ਦੇ ਦਿੱਤੇ ਨੇ ਹਾਰੇ ਹੋਇਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ। ਇਹ ਲੋਕਤੰਤਰ ਦਾ ਨਿਘਾਰ ਆ ਇੱਕ ਕਿਸਮ। ਲੋਕਤੰਤਰ ਪਤਨ ਵੱਲ ਜਾ ਰਿਹਾ ਹੈ। ਫਿਰ ਹਰ ਰੋਜ਼ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ, ਦੇਖੋ ਜਰਾ ਉਹ ਅਖਬਾਰਾਂ ਦੇ ਵਿੱਚ ਕੀ ਆ, ਹਰ ਰੋਜ਼ ਆਉਂਦਾ ਹੈ ਕਿ ਅਪਰਾਧੀ ਪਿਛੋਕੜ ਵਾਲੇ ਲੋਕ ਕਿੰਨੇ ਉਤਰਦੇ ਨੇ। ਅਪਰਾਧੀ ਪਿਛੋਕੜ ਵਾਲੇ ਨੇ ਜਿਹੜੇ, ਉਹ ਚੋਣਾਂ ਲੜਦੇ ਨੇ। ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਕਿ ਇਹ ਲੋਕ ਅਪਰਾਧੀ ਪਿਛੋਕੜ ਵਾਲੇ ਨੇ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕਤਲ ਕੀਤੇ ਨੇ, ਜ਼ਬਰ ਜਨਾਹ ਕੀਤੇ ਨੇ, ਚੋਰੀਆਂ ਡਾਕਿਆਂ ਦੇ ਵਿੱਚ ਉਹਨਾਂ ਦਾ ਹੱਥ ਆ। ਫਿਰ ਉਹ ਵੀ ਦੇਖ ਲਓ, ਵੋਟਾਂ ਦੇ ਵਿੱਚ ਉਹਨੂੰ ਟਿਕਟ ਦਿੰਦੇ ਨੇ। ਹੈ ਕੋਈ ਸੁਣਵਾਈ? ਉਹਦੇ ਬਾਰੇ ਵੀ ਚੁੱਪ ਨੇ।
ਕਿਸੇ ਨੇ ਦਿੱਤਾ ਮੈਨੀਫੈਸਟੋ ਦੇ ਵਿੱਚ ਕਿ ਇਹੋ ਜਿਹੇ ਜਿਹੜੇ ਅਪਰਾਧੀ ਲੋਕ ਨੇ ਉਹਨਾਂ ਨੂੰ ਅਸੀਂ ਸਿਆਸਤ ਤੋਂ ਦੂਰ ਰੱਖਾਂਗੇ, ਸਾਫ਼ ਸੁਥਰੀ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਮਾਜ ਸੁਧਾਰਕਾਂ, ਸਾਫ਼ ਸੁਥਰਾ ਸ਼ਾਸਨ ਦੇਵਾਂਗੇ, ਵਧੀਆ ਸ਼ਾਸਨ ਦੇਵਾਂਗੇ, ਅਤੇ ਦੂਜੇ ਪਾਸੇ ਅਪਰਾਧੀਆਂ ਨੂੰ ਆਪਣੇ ਨਾਲ ਲਾਇਆ ਹੋਇਆ ਇਹਨਾਂ ਨੇ। ਫਿਰ ਵੰਸ਼ਵਾਦ ਦੇਖੋ, ਕਿੰਨੀਆਂ ਟਿਕਟਾਂ ਦਿੱਤੀਆਂ, ਇੱਕ ਪਰਿਵਾਰ ਦੇ ਵਿੱਚ 6-6 7-7 ਵੀ ਨੇ ਟਿਕਟਾਂ ਦਿੱਤੀਆਂ ਹੋਈਆਂ। ਉਹ ਲੜਦੇ ਆ ਕਿ ਨਹੀਂ? ਸਾਰੇ ਚੋਣਾਂ ਲੜਦੇ ਨੇ, ਪ੍ਰੈਸਟੀਜ ਇਸ਼ੂ ਬਣਾ ਕੇ ਲੜਦੇ ਨੇ। ਇੱਕ ਨੇ ਤਾਂ ਇਹੀ ਕਹਿ ਦਿੱਤਾ ਜਦੋਂ ਉਸਨੂੰ ਪੁੱਛਿਆ, ਅਖਬਾਰ ਵੀ ਮੇਰੇ ਕੋਲ ਆ, ਉਹਦੇ ਵਿੱਚ ਲਿਖਿਆ, ਇੱਕ ਸੀਨੀਅਰ ਆ ਵੰਸ਼ਵਾਦੀ ਨੇਤਾ, ਉਹਦੇ ਆਪਣੇ ਸ਼ਬਦ ਨੇ, ਉਹ ਕਹਿੰਦਾ ਸਿਆਸੀ ਮਾਤਾ ਪਿਤਾ ਦੇ ਪੁੱਤਰ ਸਿਆਸਤ ਨੂੰ ਬਿਹਤਰ ਜਾਣਦੇ ਹਨ। ਸਿਆਸੀ ਮਾਤਾ ਪਿਤਾ ਦੇ ਜਿਹੜੇ ਪੁੱਤਰ ਨੇ ਉਹ ਸਿਆਸਤ ਨੂੰ ਬਿਹਤਰ ਜਾਣਦੇ ਨੇ। ਇਹਦਾ ਮਤਲਬ ਦੂਜੇ ਲੋਕਾਂ ਨੂੰ ਇਹ ਅੱਗੇ ਆਉਣ ਹੀ ਨਹੀਂ ਦੇਣਾ ਚਾਹੁੰਦੇ। ਇਹਨਾਂ ਨੇ ਤਾਂ ਆਪਣੀ ਇੰਡਸਟਰੀ ਬਣਾ ਲਈ ਹੈ, ਅਤੇ ਇਹ ਇੰਡਸਟਰੀ ਦੇ ਡਾਇਰੈਕਟਰ ਨੇ, ਜਿਸ ਨੂੰ ਮਰਜ਼ੀ ਭਰਤੀ ਕਰਨ, ਨਾ ਭਰਤੀ ਕਰਨ, ਕੋਈ ਨਹੀਂ ਪੁੱਛਦਾ ਹੈਗਾ। ਕਿਸੇ ਨੇ ਇਹਦੇ ਸੰਬੰਧ 'ਚ ਕੋਈ ਬਿਆਨ ਨਹੀਂ ਦਿੱਤਾ, ਚੁੱਪਧਾਰੀ ਹੋਈ ਆ ਵੀ ਠੀਕ ਆ, ਜਿਵੇਂ ਜੇ ਅਸੀਂ ਸਾਡਾ ਇਹ ਹਲਕਾ, ਅਸੀਂ ਡਿਕਟੇਟਰ ਹਾਂ ਉਸਦੇ, ਇੱਥੇ ਕੋਈ ਹੋਰ ਖੜ੍ਹ ਨਹੀਂ ਸਕਦਾ। ਫਿਰ ਹੋਰ ਦੇਖੋ ਵੱਡੀ, ਸਾਨੂੰ ਤਾਂ ਕਹਿੰਦੇ ਨੇ ਕਿ ਤੁਸੀਂ ਇੰਨੇ ਕੁਆਲੀਫਾਈ ਹੋਣੇ ਚਾਹੀਦੇ ਆ, ਆਹ ਤੁਹਾਡੀ ਐਲੀਜੀਬਿਲਿਟੀ ਹੋਣੀ ਚਾਹੀਦੀ ਆ IAS ਬਣਨ ਵਾਸਤੇ, PCS ਬਣਨ ਵਾਸਤੇ, IPS ਬਣਨ ਵਾਸਤੇ, ਵੱਡੇ ਅਧਿਕਾਰੀ ਬਣਨ ਵਾਸਤੇ, ਇਹੋ ਜਿਹੀਆਂ ਕੁਆਲੀਫਿਕੇਸ਼ਨਾਂ ਤੁਹਾਡੀਆਂ ਚਾਹੀਦੀਆਂ ਨੇ, ਇੰਨੀ ਐਲੀਜੀਬਿਲਿਟੀ ਚਾਹੀਦੀ ਆ। ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਸਾਨੂੰ ਫਿਰ ਐਲੀਜੀਬਿਲਿਟੀ ਟੈਸਟ ਦੇਣਾ ਪੈਂਦਾ। ਟੀਚਰ ਦੇਖ ਲਓ, ਟੈਸਟ ਦਿੰਦੇ ਆ ਕਿ ਨਹੀਂ? ਅਤੇ ਇਹਨਾਂ ਲੋਕਾਂ ਦੀ ਕੀ ਐਲੀਜੀਬਿਲਿਟੀ ਆ? ਕਈ ਅਨਪੜ੍ਹ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ, ਇੰਨੇ ਅਨਪੜ੍ਹ ਨੇ। ਇਹ ਸਾਡੀ ਇਹ ਵਿਚਾਰਦੇ ਨੇ। ਫਿਰ ਇਹਨਾਂ ਦੀ ਜਿਹੜੀ ਵਿੱਦਿਅਕ ਯੋਗਤਾ, ਇਹ ਨਾ ਹੋਣ ਦੇ ਕਾਰਨ ਹੀ ਨਿੱਜੀਕਰਨ ਜਿਹੜਾ ਹੈਗਾ, ਨਿੱਜੀਕਰਨ ਵੱਲ ਅਸੀਂ ਵੱਧ ਰਹੇ ਹਾਂ। ਜੇ ਉਹਨਾਂ ਦੇ ਵਿੱਚ ਐਲੀਜੀਬਿਲਿਟੀ ਹੁੰਦੀ, ਫਿਰ ਉਹ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭ ਸਕਦੇ ਸੀ, ਉਹਨਾਂ ਨੂੰ ਕੰਟਰੋਲ ਕਰ ਸਕਦੇ ਸੀ, ਉਹਨਾਂ ਦਾ ਪ੍ਰਬੰਧ ਕਰ ਸਕਦੇ ਸੀ। ਇਹ ਮੇਨ ਕਾਰਨ ਇਹ ਆ ਕਿ ਉਹਨਾਂ ਦੇ ਵਿੱਚ ਆਪਣੇ ਡਿਪਾਰਟਮੈਂਟ ਨੂੰ ਸਾਂਭਣ ਦੀ ਯੋਗਤਾ ਹੀ ਨਹੀਂ। ਮੈਨੂੰ ਯਾਦ ਆ ਗਿਆ, ਕੈਪਟਨ ਸਾਹਿਬ CM ਸੀਗੇ ਪੰਜਾਬ ਦੇ, ਉਹਨਾਂ ਨੇ ਇੱਥੇ ਐਜੂਕੇਸ਼ਨ ਮਿਨਿਸਟਰ ਬਣਾਇਆ ਸੀਗਾ। ਪ੍ਰੈਸ ਰਿਪੋਰਟਰ ਸੀ ਜਿਹੜੇ, ਉਹ ਉਹਨਾਂ ਨੇ ਕੁਐਸਚਨ ਕਰ ਦਿੱਤਾ ਕਿ ਜੀ ਤੁਸੀਂ ਇੱਕ +2 ਬੰਦੇ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਦਿੱਤਾ, ਕਿੰਨਾ ਵਧੀਆ ਡਿਪਾਰਟਮੈਂਟ ਆ, ਉਹ ਡਿਪਾਰਟਮੈਂਟ ਤੁਸੀਂ ਉਹਨਾਂ ਨੂੰ ਦੇ ਦਿੱਤਾ, ਕੋਈ ਪੜ੍ਹਿਆ ਲਿਖਿਆ ਲਿਖਾਵੇ? ਉਹਨਾਂ ਜਵਾਬ ਦਿੱਤਾ ਕਿ ਇੱਥੇ ਪੜ੍ਹੇ ਲਿਖੇ ਦੀ ਲੋੜ ਨਹੀਂ, ਤਜਰਬੇ ਦੀ ਲੋੜ ਆ। ਅਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਤੋਂ ਵੱਧ ਤਾਂ ਫਿਰ ਹੋਰ ਲੋਕਾਂ ਦਾ ਬਹੁਤ ਤਜਰਬਾ ਸੀਗਾ, ਉਹਨੂੰ ਕਿਉਂ ਸੰਭਾਲਿਆ? ਇਸ ਤਰ੍ਹਾਂ ਦੇ ਪੁੱਠੇ ਸਿੱਧੇ ਜਿਹੜੇ ਹੈਗੇ ਨੇ ਕੰਮ ਇਹਨਾਂ ਦੇ ਨੇ। ਤੋ ਜੇ ਇਹਨਾਂ ਦੀ ਕੋਈ ਯੋਗਤਾ ਰੱਖੀ ਹੋਈ ਹੋਵੇ ਤਾਂ ਹੀ ਇਹ ਆਪਣਾ ਡਿਪਾਰਟਮੈਂਟ ਸਾਂਭ ਸਕਦੇ ਹੈ। ਇਹਨਾਂ ਦੇ ਹੱਥਾਂ ਵਿੱਚੋਂ ਇਸੇ ਕਰਕੇ ਨਿਕਲਦਾ। ਫਿਰ ਉਹ ਆਪਣੇ ਜਿਹੜੇ ਕਾਰਪੋਰੇਟ ਘਰਾਣੇ ਨੇ, ਕਾਰਪੋਰੇਟ ਜਗਤ ਆ, ਉਹਦੇ ਵਿੱਚ ਲੱਭਦੇ ਨੇ ਬੰਦੇ, ਉਹਨਾਂ ਨੂੰ ਦੇ ਦਿੰਦੇ ਨੇ ਅੱਗੇ। ਅਤੇ ਜਿਹੜਾ ਬੇਰੁਜ਼ਗਾਰ ਆ, ਨੌਜਵਾਨ ਆ, ਉਹ ਵਿਚਾਰਾ ਚੱਕੀ ਦੇ ਪੁੜਾਂ ਦੇ ਵਿੱਚ ਪਿਸਦਾ ਰਹਿੰਦਾ। ਫਿਰ ਕਿਸੇ ਨੇ ਆਬਾਦੀ ਬਾਰੇ ਕੋਈ ਗੱਲ ਨਹੀਂ ਕੀਤੀ, ਨਾ ਕਿਸੇ ਨੇ ਬੇਰੁਜ਼ਗਾਰੀ ਬਾਰੇ ਗੱਲ ਕੀਤੀ ਹੈ। ਆਬਾਦੀ ਵੱਧ ਰਹੀ ਹੈ। ਇੱਕ ਪਾਸੇ ਇੱਕ ਵਾਰੀ ਇਹ ਪ੍ਰੋਵਰਬ ਹੀ ਬਣ ਗਿਆ ਸੀ ਨਾਅਰਾ, ਛੋਟਾ ਪਰਿਵਾਰ ਸੁਖੀ ਪਰਿਵਾਰ। ਹੁਣ ਇਹ ਕਹਿੰਦੇ ਆ ਪਰਿਵਾਰ ਵੱਡਾ ਹੋਵੇ। ਕਿਉਂ? ਸਾਡੀਆਂ ਵੋਟਰ ਆ ਜਿਹੜਾ, ਉਹ ਤਾਂ ਫਸਲ ਆ ਇਹਨਾਂ ਦੀ, ਜਦ ਮਰਜ਼ੀ ਕੱਟ ਲੈਣ, ਉਹਨੂੰ ਫਸਲ ਸਮਝਦੇ ਨੇ। ਅਤੇ ਜੇ ਪਰਿਵਾਰ ਛੋਟਾ ਹੋਊਗਾ, ਉਹਦਾ ਔਹਰ ਪੌਹਰ ਵੀ ਵਧੀਆ ਹੋਊਗਾ। ਕਿਸੇ ਨੇ ਗੱਲ ਨਹੀਂ ਕੀਤੀ ਆਬਾਦੀ ਕੰਟਰੋਲ ਦੀ। ਜੇ ਆਬਾਦੀ ਕੰਟਰੋਲ ਦੀ ਗੱਲ ਕੀਤੀ ਹੁੰਦੀ ਤਾਂ ਬੇਰੁਜ਼ਗਾਰੀ ਵੀ ਕੰਟਰੋਲ 'ਚ ਹੋਣੀ ਸੀ। ਮੈਨੂੰ ਯਾਦ ਹੈਗਾ ਬਿਹਾਰ ਅਤੇ UP ਦੇ ਕੁਝ ਪਿੱਛੇ ਜੇ ਬੜੀ ਚਰਚਾ ਚੱਲੀ ਆ, ਕੋਈ ਰੇਲਵੇ ਦਾ ਟੈਸਟ ਦੇਣਾ ਸੀ ਉਹਨਾਂ ਨੇ। ਉਹ ਟੈਸਟ ਦੇ ਵਿੱਚ 1,27,00,000 ਨੌਜਵਾਨਾਂ ਨੇ ਅਪਲਾਈ ਕੀਤਾ ਸੀ, ਅਤੇ ਜਿਹੜਾ ਉੱਥੋਂ ਦਾ ਸਿਸਟਮ ਸੀ ਟੈਸਟ ਲੈਣ ਵਾਲਾ, ਉਹ ਇੰਨਾ ਕੁ ਘਟੀਆ ਨਿਕਲਿਆ ਕਿ ਜਦੋਂ ਰੇਲਵੇ ਦਾ ਜਿਹੜਾ ਮੰਤਰੀ ਸੀ ਉਹਦੇ ਨਾਲ ਗੱਲ ਹੋਈ, ਉਹਨੇ ਜਵਾਬ ਦਿੱਤਾ ਵਿਦਿਆਰਥੀਆਂ ਨੂੰ ਕਿ 1,27,00,000 ਵਿਦਿਆਰਥੀਆਂ ਨੇ ਅਪਲਾਈ ਕੀਤਾ ਇਹਦੇ ਵਿੱਚ, ਅਸੀਂ ਇਹਦਾ ਪ੍ਰਬੰਧ ਕਿਵੇਂ ਕਰੀਏ? ਇਟ ਮੀਨਸ ਕੀ ਹੋ ਗਿਆ? ਫਿਰ ਉਹੀ ਗੱਲ ਆ ਗਈ ਨਾ, ਐਲੀਜੀਬਿਲਿਟੀ ਨਹੀਂ। ਜੇ ਇਹਨਾਂ ਲੋਕਾਂ ਦੇ ਵਿੱਚ ਐਲੀਜੀਬਿਲਿਟੀ ਹੋਵੇ,
ਕਿਸੇ ਨੂੰ ਕੰਟਰੋਲ ਕਰਨ ਦੀ, ਪ੍ਰਬੰਧ ਕਰਨ ਦੀ, ਇਹ ਸਾਰਾ ਕੁਝ ਹੁੰਦਾ। ਕੀ ਗੱਲ ਵੀ ਉਹਨਾਂ ਲੋਕਾਂ ਨੇ ਫੀਸ ਨਹੀਂ ਦਿੱਤੀ। 1,27,00,000 ਬੱਚਿਆਂ ਨੇ, ਵਿਦਿਆਰਥੀਆਂ ਨੇ, ਨੌਜਵਾਨਾਂ ਨੇ, ਬੇਰੁਜ਼ਗਾਰਾਂ ਨੇ ਫੀਸ ਭਰਾਈ ਆ ਰੇਲਵੇ ਦੀ। ਫਿਰ ਉਹਨਾਂ ਨੇ ਭਾਵੇਂ ਬੱਸ ਵਿੱਚ ਗਏ ਨੇ, ਟ੍ਰੇਨ ਵਿੱਚ ਗਏ ਨੇ, ਕਿਵੇਂ ਵੀ ਗਏ ਨੇ, ਗਏ ਤਾਂ ਹੈਗੇ ਨਾ। ਫਿਰ ਉਹਨਾਂ ਨੇ ਟਿਕਟਾਂ ਨਹੀਂ ਕਟਾਈਆਂ, ਪੈਸੇ ਨਹੀਂ ਲੱਗੇ, ਫਿਰ ਉਹਦੇ ਉੱਤੇ GST ਨਹੀਂ ਲੱਗਿਆ। ਫਿਰ ਜਿਹੜੇ ਹੋਟਲ ਦੇ ਵਿੱਚ ਰੁਕੇ ਆ ਉੱਥੇ ਰੋਟੀ ਖਾਧੀ ਆ, ਉੱਥੇ ਪੈਸੇ ਲੱਗੇ ਆ। ਉਹ ਕਿੰਨੇ ਕਿੰਨੇ ਰੁਪਈਆਂ ਵਿੱਚ ਆ ਗਏ। ਇੱਕ ਨੇ ਤਾਂ ਇਹ ਵੀ ਲਿਖ ਦਿੱਤਾ ਹੈ ਕਿ ਮੈਂ ਪਾਣੀ ਦੀ ਬੋਤਲ ਵੀ ਖਰੀਦ ਨਹੀਂ ਸੀ ਸਕਦਾ, ਪਰ ਟੈਸਟ ਜਿਹੜਾ ਮੇਰਾ ਉਹ ਰਹਿ ਗਿਆ। ਮਤਲਬ ਇਹੋ ਜਿਹੀ ਪੋਜੀਸ਼ਨ ਸੀ ਬੱਚਿਆਂ ਦੀ। ਅੱਗੋਂ ਮੰਤਰੀ ਸਾਡੇ ਕਿਹੋ ਜਿਹਾ ਜਵਾਬ ਦਿੰਦੇ। ਸੋ ਜੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਕੰਟਰੋਲ ਜਾਂ ਪ੍ਰਬੰਧ ਵਧੀਆ ਹੁੰਦਾ, ਇਹ ਸਾਰਾ ਕੁਛ ਹੁੰਦਾ। ਇਹ ਮੈਨੀਫੈਸਟੋ ਵਿੱਚ ਦੇਣ ਦੀਆਂ ਗੱਲਾਂ ਸੀਗੀਆਂ, ਬੇਰੁਜ਼ਗਾਰੀ ਦੀਆਂ ਅਤੇ ਕੰਟਰੋਲ ਦੀਆਂ। ਫਿਰ ਇੱਕ ਇਹਨਾਂ ਨੇ ਮੈਨੀਫੈਸਟੋ ਵਿੱਚ ਦਿੱਤਾ ਕਿ ਅਸੀਂ ਹਰ ਪਿੰਡ ਜਿਹੜਾ ਹੈਗਾ ਉਹਦਾ ਸਮੁੱਚਾ ਵਿਕਾਸ ਕਰਾਂਗੇ। ਸਮੁੱਚਾ ਵਿਕਾਸ ਤੋਂ ਕੀ ਅਰਥ ਆ? ਸਮੁੱਚੇ ਵਿਕਾਸ ਦਾ ਅਰਥ ਪੂਰੇ ਪਿੰਡ ਨੂੰ ਸਮਾਰਟ ਬਣਾਉਣਾ। ਉਹਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੋਊਗਾ, ਕੋਈ ਗਲੀ ਨਾਲੀ ਵਗੈਰਾ ਕੱਚੀ ਨਹੀਂ ਹੋਊਗੀ, ਅਤੇ ਉਹ ਇੱਕ ਕਿਸਮ ਦਾ ਸ਼ਾਈਨ ਹੋਊਗਾ ਪਿੰਡ। ਉੱਥੇ ਸਾਰੇ ਲੋਕ ਪੜ੍ਹੇ ਲਿਖੇ ਹੋਣਗੇ। ਉਹ ਵਿਕਾਸ ਆ। ਪਰ ਮੈਂ ਪੁੱਛਣਾ ਚਾਹੁੰਦਾ ਕਿ ਆਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਇੱਕ ਅਖਬਾਰ ਮੇਰੇ ਕੋਲ ਪਿਆ, ਇਹਦੇ 'ਚ ਲਿਖਿਆ ਕਿ ਅਜੇ ਪੂਰੇ ਦੇਸ਼ ਵਿੱਚ ਸਿਰਫ 46% ਪੇਂਡੂ ਆਬਾਦੀ ਤੱਕ ਪੁੱਜਾ ਪਾਣੀ। 46% ਆਬਾਦੀ ਤੱਕ ਪਾਣੀ ਪਹੁੰਚਿਆ, ਅਤੇ ਬਾਕੀ ਆਬਾਦੀ ਵਿਚਾਰੀ ਪਿਆਸੀ ਰਹਿੰਦੀ ਆ, ਉਹਨਾਂ ਕੋਲ ਪਾਣੀ ਨਹੀਂ ਹੈਗਾ। ਇਹ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਆ ਅਸੀਂ। ਅਤੇ ਇਹ ਕਹਿੰਦੇ ਅਸੀਂ ਸਮੁੱਚਾ ਵਿਕਾਸ 5 ਸਾਲ 'ਚ ਤੁਸੀਂ ਸਮੁੱਚਾ ਵਿਕਾਸ ਕਿੱਥੇ ਕਰ ਲਓਗੇ? 75 ਸਾਲਾਂ 'ਚ ਤਾਂ ਕੀਤਾ ਨਹੀਂ। ਹੁਣ ਤੁਸੀਂ 5 ਸਾਲ 'ਚ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਕਿ ਅਸੀਂ ਪੂਰੇ 5 ਸਾਲ ਦੇ ਵਿੱਚ ਪਿੰਡ ਦਾ ਸਮੁੱਚਾ ਵਿਕਾਸ ਕਰ ਦੇਵਾਂਗੇ। ਸਮੁੱਚੇ ਵਿਕਾਸ ਦੇ ਵਿੱਚ ਬਹੁਤ ਕੁਝ ਆਉਂਦਾ ਹੈ। ਲੋਕ ਭੁੱਖੇ ਨਹੀਂ ਰਹਿੰਦੇ, ਉੱਥੇ ਰੱਜੇ ਹੁੰਦੇ ਨੇ ਲੋਕ, ਉਹ ਸੈਟਿਸਫਾਈ ਹੁੰਦੇ ਨੇ ਲੋਕ ਹਰ ਕੰਮ ਤੋਂ। ਅਤੇ ਲੋਕਾਂ ਦੀ ਸੈਟਿਸਫੈਕਸ਼ਨ ਤਾਂ ਬੇਰੁਜ਼ਗਾਰੀ ਨੇ ਮਾਰੀ ਹੋਈ ਹੈ। ਇੰਨੇ ਬੇਰੁਜ਼ਗਾਰ ਲੋਕ ਤੜਪੇ ਪਏ, ਕੋਈ ਰੋਟੀ ਨੂੰ ਤੜਪਦਾ, ਕੋਈ ਪਾਣੀ ਨੂੰ ਤੜਪਦਾ। ਜਿਹੜੇ ਬੇਰੁਜ਼ਗਾਰ ਉਹ ਦਿਖਦੇ ਨਹੀਂ ਤੁਹਾਨੂੰ। ਉਹਨਾਂ ਦੇ ਉੱਤੇ ਕਿਵੇਂ ਤੁਸੀਂ ਡਾਂਗਾ ਘਮਾਉਂਦੇ, ਕਿਵੇਂ ਉਹਨਾਂ ਦੇ ਉੱਤੇ ਪਾਣੀ ਦੀਆਂ ਬਾਛੜਾਂ ਘਮਾਉਂਦੇ। ਉਹ ਰੁਜ਼ਗਾਰ ਮੰਗਦੇ ਨੇ, ਆਪਣਾ ਹੱਕ ਮੰਗਦੇ ਨੇ। ਜੇ ਉਹ ਪੜ੍ਹੇ ਨੇ, ਜੇ ਉਹਨਾਂ ਦੇ ਵਿੱਚ ਕੁਛ ਹੈ, ਉਹਨਾਂ 'ਚ ਐਲੀਜੀਬਿਲਿਟੀ ਹੈ ਕਿਤੇ ਕੁਛ ਲੈਣ ਦੀ, ਫਸਟ ਡਿਜ਼ਰਵ ਦੈਨ ਡਿਜ਼ਾਇਰ ਉਹਨਾਂ ਦੇ ਵਿੱਚ ਹੈਗਾ ਹੈ, ਫਿਰ ਤੁਸੀਂ ਦਿੰਦੇ ਕਿਉਂ ਨਹੀਂ? ਫਿਰ ਹੋਰ ਦੇਖੋ ਜਰਾ, ਇੱਕ ਮੈਂ ਜਿੱਥੇ ਦੱਸਣਾ ਚਾਹੁੰਦਾ ਅਸਲ 'ਚ ਕੀ ਆ ਕਿ ਜਿਹੜੀ ਸਿਆਸਤ ਆ ਹੁਣ ਇੱਕ ਇੰਡਸਟਰੀ ਬਣ ਗਈ। ਉਹ ਇੰਡਸਟਰੀ ਦੇ ਵਿੱਚ ਕੀ ਹੁੰਦਾ? ਰਾਅ ਮਟੀਰੀਅਲ ਉੱਥੇ ਜਾਂਦਾ, ਉੱਥੇ ਉਹ ਰਾਅ ਮਟੀਰੀਅਲ ਨੂੰ ਕੁਛ ਨਾ ਕੁਛ ਬਣਾ ਕੇ ਬਾਹਰ ਭੇਜਿਆ। ਉਹ ਰਾਅ ਮਟੀਰੀਅਲ ਦੇ ਵਿੱਚ ਇਹਨਾਂ ਲੋਕਾਂ ਦੇ ਲੋਕ ਜਾਂਦੇ ਨੇ, ਇਹਨਾਂ ਦੇ ਵੰਸ਼ਵਾਦ ਜਿਹੜਾ ਹੈਗਾ ਉਹ, ਜਾਂ ਬਹੁਤ ਨੇੜੇ ਦੇ ਲੋਕ ਆ ਜਿਹੜੇ ਉਹ ਜਾਂਦੇ ਨੇ। ਫਿਰ ਉਹ ਲੋਕ ਉੱਥੋਂ ਬਾਹਰ ਨਿਕਲਦੇ ਨੇ, ਉਹਨਾਂ ਦੇ ਵਿੱਚ ਹੀ ਇਹ ਭ੍ਰਿਸ਼ਟਾਚਾਰ ਵੀ ਆ, ਫਿਰ ਅਪਰਾਧ ਵੀ ਆ, ਕੀ ਨਹੀਂ ਹੈਗਾ। ਫਿਰ ਉਹ ਬਾਹਰ ਆ ਕੇ ਜਿਹੜੇ ਵੋਟਰ ਨੇ ਉਹਨਾਂ ਨੂੰ ਖਰੀਦਦੇ ਨੇ, ਜਾਂ ਹੁਣ ਜਿਵੇਂ ਲਾਲੀਪੌਪ ਦਿੱਤੇ ਨੇ ਇਹਨਾਂ ਨੇ ਇਹਦੇ ਵਿੱਚ ਆਪਣੇ ਮੈਨੀਫੈਸਟੋਆਂ ਦੇ ਵਿੱਚ, ਫਿਰ ਉਹ ਦਿੰਦੇ ਨੇ। ਕਿਸੇ ਜਨਤਾ ਨੂੰ ਅਸਲ ਵਿੱਚ ਜਨਤਾ ਦਾ ਜਿਹੜਾ ਵਿਸ਼ਵਾਸ ਸੀ ਉਹ ਸਾਡੇ ਨੇਤਾਵਾਂ ਤੋਂ ਉੱਠ ਚੁੱਕਿਆ। ਮੈਂ ਨੇਤਾਵਾਂ ਨੂੰ ਵੀ ਬੇਨਤੀ ਕਰਦਾ ਕਿ ਹੁਣ 22 ਦੀ ਜਿਹੜੀ ਇਲੈਕਸ਼ਨ ਆ ਇਹ ਤਾਂ ਹੋਏ ਜਾਣੀ ਆ, ਕੱਲ੍ਹ ਨੂੰ ਹੋ ਜਾਣੀ ਆ, ਵੋਟ ਪੈ ਜਾਣੀ। ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬੜਾ ਨਾਜ਼ੁਕ, ਖਤਰਨਾਕ ਸਮਾਂ ਆ ਰਿਹਾ ਨੇਤਾਵਾਂ ਵਾਸਤੇ ਵੀ, ਵੋਟਰਾਂ ਵਾਸਤੇ। ਕਿਉਂਕਿ ਨੇਤਾ ਲੋਕ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਕੁਐਸਚਨ ਕਰੇ, ਉਹ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਪੁੱਛੇ। ਉਹਨਾਂ ਦੀ ਆਦਤ ਬਣੀ ਹੋਈ ਆ ਉੱਪਰ ਵਾਲੀ ਕਿ ਅਸੀਂ ਤਾਂ ਨੇਤਾ ਹੈ, ਅਸੀਂ ਮੰਤਰੀ ਹਾਂ, ਤੁਸੀਂ ਪੁੱਛਣ ਵਾਲੇ ਕੌਣ ਹੁੰਦੇ ਹੋ? ਜੇ ਉਹਨਾਂ ਨੂੰ ਕੋਈ ਪੁੱਛੇ ਵੀ ਤੁਹਾਨੂੰ ਬਣਾਉਣ ਵਾਲਾ ਕੌਣ ਆ? ਜਿਹੜਾ ਤੁਹਾਨੂੰ ਬਣਾਉਣ ਵਾਲਾ ਹੈ ਉਹ ਤੁਹਾਨੂੰ ਕੋਈ ਪੁੱਛ ਨਹੀਂ ਸਕਦਾ। ਉਹ ਤਾਂ ਤੁਹਾਡੇ ਤੋਂ ਡਰਦਾ ਵਿਚਾਰਾ, ਉਹ ਪੁੱਛਦਾ ਨਹੀਂ ਹੈਗਾ। ਉਹਨੂੰ ਤਾਂ ਇਹ ਤੁਸੀਂ ਕੱਲ੍ਹ ਨੂੰ ਪਤਾ ਨਹੀਂ ਕੀ ਕਰ ਦੇਣਾ ਪਾਵਰ ਵਿੱਚ ਆ ਕੇ। ਸੋ ਤੁਹਾਨੂੰ ਨੇਤਾਵਾਂ ਲੋਕਾਂ ਨੂੰ ਚਾਹੀਦਾ ਕਿ ਤੁਸੀਂ ਇਹਨਾਂ ਲੋਕਾਂ ਦਾ ਵਿਸ਼ਵਾਸ ਜਿੱਤੋ।
ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੋ। ਜਦੋਂ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੋਗੇ, ਉਹਨਾਂ ਦੇ ਨੇੜੇ ਲੱਗੋਗੇ, ਉਹਨਾਂ ਦੇ ਅੰਦਰ ਵੜੋ। ਇਹ ਨਾ ਕਿ ਕੋਈ ਮੇਰੇ ਮਨ ਦੀ ਬਾਤ ਸੁਣੇ, ਤੁਸੀਂ ਲੋਕਾਂ ਦੇ ਮਨ ਦੀ ਬਾਤ ਵੀ ਸੁਣ ਕੇ ਦੇਖ ਲਓ। ਤੁਸੀਂ ਕਿੰਨੇ ਸਾਲ ਲੰਘਾਤੇ ਆਪਣੇ ਮਨ ਦੀ ਬਾਤ ਸੁਣਾਉਣ ਵਾਸਤੇ? ਕਦੇ ਸਾਡੇ ਮਨ ਦੀ ਬਾਤ ਸੁਣੀ? ਸਾਡੇ ਮਨ ਕੀ ਬਾਤ ਵੀ ਸੁਣ ਲਓ, ਤਾਂ ਹੀ ਭਾਰਤ ਸਵੱਛ ਹੋਣਾ ਹੈ। ਜਿੰਨੀ ਦੇਰ ਤੱਕ ਤੁਸੀਂ ਵੋਟਰਾਂ ਦੇ ਮਨ ਦੀ ਆਵਾਜ਼ ਨਹੀਂ ਸੁਣਦੇ, ਭਾਰਤ ਸਵੱਛ ਨਹੀਂ ਹੋਣਾ। ਇਹ ਤਾਂ ਤੁਹਾਡੇ ਮਨ ਦੀ ਆਵਾਜ਼ ਹੈ ਕਿ ਅਸੀਂ ਕੁਰਸੀ 'ਤੇ ਬੈਠੇ ਰਹੀਏ। ਕੁਰਸੀ 'ਤੇ ਬੈਠ ਕੇ ਤੁਸੀਂ ਕੀ ਕਰਦੇ ਆ ਸਭ ਨੂੰ ਪਤਾ। ਹੁਣ ਵੋਟਰ ਬਹੁਤ ਸਿਆਣਾ ਹੋ, ਜਾਗਰੂਕ ਆ, ਇਸੇ ਕਰਕੇ ਡਰਦੇਗਾ। ਤੁਸੀਂ ਵੀ ਆ, ਇਹੋ ਜਿਹੀ ਗੱਲ ਨਹੀਂ। ਵੋਟਰ ਭਾਵੇਂ ਤੁਹਾਡੇ ਤੋਂ ਡਰਦਾ, ਤੁਹਾਡੀ ਪਾਵਰ ਤੋਂ ਡਰਦਾ, ਉਹ ਵਿਚਾਰਾ ਨਹੀਂ ਬੋਲਦਾ, ਕਿਉਂਕਿ ਉਹਨੂੰ ਪਤਾ ਕਿ ਤੁਸੀਂ ਉਲਟਾ ਜਵਾਬ ਦੇਣਾ। ਤੁਹਾਨੂੰ ਕਈਆਂ ਨੇ ਕੁਐਸਚਨ ਕੀਤੇ ਨੇ, ਫਿਰ ਤੁਸੀਂ ਉਹਨਾਂ ਦਾ ਉੱਤਰ ਨਹੀਂ ਦੇ ਸਕੇ। ਇਸ ਵਾਸਤੇ ਮੈਂ ਤੁਹਾਨੂੰ ਕਹੂੰਗਾ ਕਿ ਸਾਡੇ ਜਿਹੜੇ ਨੇਤਾ ਲੋਕ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਜਿਹੜੇ ਮੁਲਾਜ਼ਮ ਨੇ, ਉਹ ਪੈਨਸ਼ਨਾਂ ਮੰਗਦੇ ਨੇ, ਜਾਂ ਬੇਰੁਜ਼ਗਾਰ ਨੇ, ਉਹ ਰੁਜ਼ਗਾਰ ਮੰਗਦੇ ਨੇ। ਇਹ ਨੌਜਵਾਨ ਆ ਜਿਹੜਾ, ਉਹ ਚਾਹੁੰਦਾ ਹੈ ਕਿ ਮੈਂ ਆਪਣੇ ਦੇਸ਼ ਵਿੱਚ ਰਹਾਂ, ਮੈਂ ਬਾਹਰ ਨਾ ਭੱਜਾਂ। ਬਾਹਰ ਭੱਜਣਾ ਤਾਂ ਉਹਨਾਂ ਦੀਆਂ ਮਜਬੂਰੀਆਂ ਬਣ ਗਈਆਂ, ਅਤੇ ਤੁਸੀਂ ਲੋਕਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਬਾਹਰ ਭੱਜਣ ਵਾਸਤੇ। ਜਿਹੜਾ ਸਾਡਾ ਵਧੀਆ ਬਰੇਨ ਆ, ਉਹ ਡਰੇਨ ਹੋ ਰਿਹਾ ਬਾਹਰ ਨੂੰ। ਅਤੇ ਇਹੋ ਜਿਹੇ ਜਿਹੜੇ ਲੋਕ ਨੇ ਜਾਗਰੂਕ ਨਹੀਂ, ਉਹ ਇੱਥੇ ਰਹਿੰਦੇ ਨੇ। ਤੁਸੀਂ ਤਾਂ ਖੁਸ਼ ਆ ਇਸ ਗੱਲ 'ਚ ਕਿ ਉਹ ਦਿਮਾਗ ਬਾਹਰ ਨੂੰ ਭੱਜੀ ਜਾਵੇ, ਇਹ ਇੱਥੇ ਰਹੇ, ਤਾਂ ਕਿ ਇਹ ਸਾਨੂੰ ਸਮਝ ਨਾ ਸਕਣ, ਸਾਨੂੰ ਵੋਟ ਦੇਈ ਜਾਣ, ਅਸੀਂ ਇਹਨਾਂ ਦੇ ਉੱਤੇ ਰਾਜ ਕਰਦੇ ਹੋਈਏ। ਸੋ ਮੇਰੀ ਵੋਟਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਪਹਿਚਾਣੋ, ਚੰਗਿਆਂ ਨੂੰ ਪਹਿਚਾਣੋ, ਚੰਗਿਆਂ ਨੂੰ ਵੋਟ ਦਿਓ। ਲੋਕਤੰਤਰ ਜਿਹੜਾ ਸਾਡਾ ਤਾਂ ਹੀ ਸਭ ਹੋਣਾ। ਨੇਤਾਵਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਲੋਕਤੰਤਰ ਨੂੰ ਨਿਘਾਰ ਵੱਲ ਨਾ ਲੈ ਕੇ ਜਾਓ, ਪਤਨ ਵੱਲ ਨਾ ਲੈ ਕੇ ਜਾਓ। ਇਸ ਲਈ ਪ੍ਰਜਾ ਦਾ ਵਿਸ਼ਵਾਸ ਜਿੱਤੋ। ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ। ਉਮੀਦ ਆ ਕਿ ਤੁਸੀਂ ਸਹੀ ਉਮੀਦਵਾਰ ਨੂੰ ਚੁਣੋਗੇ। ਉਮੀਦਵਾਰਾਂ ਤੋਂ ਵੀ ਮੈਨੂੰ ਉਮੀਦ ਆ ਕਿ ਉਹ ਪ੍ਰਜਾ ਦੇ ਹਿੱਤ ਦੀ ਹੀ ਗੱਲ ਕਰਨਗੇ। ਧੰਨਵਾਦ।